ਇਸੇ ਅਸੀਂ ਤਾਂ ਦੇਖਦੇ ਪਏ ਕਿਉਂਕਿ ਇਹ ਬਹੁਤ ਇੰਪੋਰਟੈਂਟ ਹਿੱਸੇ ਆ। ਇਹਨਾਂ ਦੇ ਨਾਲ ਸਾਰਾ ਕੁਛ ਜਿੱਦਾਂ ਅਸੀਂ ਉਤਪਤੀ ਪੁਸਤਕ ਦੇ ਵਿੱਚੋਂ ਨਿਕਲਣਾ ਸਾਰੀਆਂ ਚੀਜ਼ਾਂ ਸੈਟਲ ਡਾਊਨ ਹੋ ਜਾਣੀਆਂ। ਸੋ ਆਓ ਅਸੀਂ 13ਵੇਂ ਭਾਵ ਦੇ ਵਿੱਚ ਅਸੀਂ ਆ ਗਏ ਹਾਂ ਔਰ 13ਵੇਂ ਭਾਵ ਦੇ ਵਿੱਚ ਸਾਨੂੰ ਇਹ ਪਤਾ ਲੱਗਦਾ ਪਿਆ ਕਿ ਉਹ ਹੁਣ ਈਜਿਪਟ ਤੋਂ ਵਾਪਸ ਆਏ ਆ। ਸੋ ਕੋਈ ਜਣਾ 13ਵੇਂ ਭਾਵ ਦੀਆਂ ਇੱਕ ਤੋਂ ਲੈ ਕੇ ਇੱਕ ਤੋਂ ਲੈ ਕੇ ਬੇਸਿਕਲੀ ਤੁਸੀਂ ਇਸ ਦੀਆਂ ਜਿਹੜੀਆਂ ਹੈਗੀਆਂ ਪਹਿਲੀਆਂ 13 ਇੱਕ ਤੋਂ ਮੈਂ ਪੜ੍ਹਦਾ ਮਾਸਟਰ। ਹਾਂਜੀ। ਲੂਤ ਦਾ ਅਬਰਾਮ ਤੋਂ ਵੱਖ ਹੋਣਾ। ਤਦ ਅਬਰਾਮ ਮਿਸਰ ਤੋਂ ਦੱਖਣੀ ਕਨਾਨ ਵਿੱਚ ਆ ਗਿਆ। ਉਸ ਦੇ ਨਾਲ ਉਸਦੀ ਪਤਨੀ ਅਤੇ ਉਸ ਦਾ ਸਭ ਮਾਲ ਮੱਤਾ ਸੀ। ਲੂਤ ਵੀ ਉਹਨਾਂ ਨਾਲ ਵਾਪਸ ਆ ਗਿਆ। ਅਬਰਾਮ ਬਹੁਤ ਮਾਲਦਾਰ ਸੀ। ਉਸ ਕੋਲ ਜਾਨਵਰ ਅਤੇ ਸੋਨਾ ਚਾਂਦੀ ਬਹੁਤ ਸੀ। ਤਦ ਅਬਰਾਮ ਉੱਥੋਂ ਅੱਗੇ ਚੱਲਿਆ ਅਤੇ ਬੈਤੇਲ ਦੇ ਇਲਾਕੇ ਵੱਲ ਆ ਗਿਆ। ਉਹ ਠੀਕ ਆਪਣੀ ਪਹਿਲੀ ਥਾਂ ਤੇ ਬੈਤੇਲ ਅਤੇ ਆਈ ਦੇ ਵਿਚਕਾਰ ਆ ਪਹੁੰਚਿਆ। ਉੱਥੇ ਉਸਨੇ ਫਿਰ ਵੇਦੀ ਬਣਾ ਕੇ ਪ੍ਰਭੂ ਦੀ ਉਪਾਸਨਾ ਕੀਤੀ। ਲੂਤ ਦੇ ਬਹੁਤ ਸਾਰੇ ਇੱਜੜ, ਗਾਵਾਂ, ਮੱਝਾਂ ਤੇ ਬਾਲ ਬੱਚੇ ਸਨ। ਇਸ ਲਈ ਇਬਰਾਹਿਮ ਅਤੇ ਲੂਤ ਦੇ ਲਈ ਇੱਕ ਹੀ ਥਾਂ ਤੇ ਰਹਿਣਾ ਅਸੰਭਵ ਸੀ, ਕਿਉਂਕਿ ਉਹਨਾਂ ਦੋਹਾਂ ਦਾ ਹੀ ਮਾਲ ਡੰਗਰ ਬਹੁਤ ਸੀ। ਦੋਹਾਂ ਦੇ ਪਾਲੀਆਂ ਵਿੱਚ ਕਈ ਵਾਰ ਝਗੜੇ ਵੀ ਹੋ ਚੁੱਕੇ ਸਨ। ਕਨਾਨੀ ਅਤੇ ਪਰਿੱਜੀ ਲੋਕ ਵੀ ਉਸ ਸਮੇਂ ਉੱਥੇ ਰਹਿ ਰਹੇ ਸਨ। ਤਦ ਅਬਰਾਮ ਨੇ ਲੂਤ ਨੂੰ ਕਿਹਾ, ਅਸੀਂ ਦੋਵੇਂ ਸਕੇ ਸੰਬੰਧੀ ਹਾਂ। ਸਾਡੇ ਦੋਹਾਂ ਵਿੱਚ ਝਗੜਾ ਨਹੀਂ ਹੋਣਾ ਚਾਹੀਦਾ ਹੈ ਅਤੇ ਨਾ ਹੀ ਸਾਡੇ ਪਾਲੀਆਂ ਵਿਚਕਾਰ ਵੀ। ਦੇਖ, ਸਾਰਾ ਇਲਾਕਾ ਤੇਰੇ ਸਾਹਮਣੇ ਹੈ। ਤੂੰ ਕੋਈ ਹਿੱਸਾ ਵੀ ਚੁਣ ਲੈ। ਜੇਕਰ ਤੂੰ ਖੱਬੇ ਪਾਸੇ ਜਾਵੇਂਗਾ ਤਾਂ ਮੈਂ ਸੱਜੇ ਚਲਾ ਜਾਵਾਂਗਾ, ਪਰ ਜੇਕਰ ਤੂੰ ਸੱਜੇ ਪਾਸੇ ਜਾਵੇਂਗਾ ਤਾਂ ਮੈਂ ਖੱਬੇ ਜਾਵਾਂਗਾ। ਤਦ ਲੂਤ ਨੇ ਜਰਦਨ ਦੀ ਸੁੰਦਰ ਵਾਦੀ ਦੇਖੀ ਤੇ ਅਦਨ ਦੇ ਬਾਗ ਵਾਂਗ ਪਾਣੀ ਨਾਲ ਭਰਪੂਰ ਸੀ। ਉਸ ਸੁਆਰ ਦੇ ਪਾਸੇ ਦੇ ਮਿਸਰੀ ਇਲਾਕੇ ਦੇ ਵਾਂਗ ਉਪਜਾਊ ਸੀ। ਇਹ ਸਭ ਸਦੂਮ ਅਤੇ ਅਮੁਰਾ ਦੇ ਨਾਸ਼ ਹੋਣ ਤੋਂ ਪਹਿਲਾਂ ਸੀ। ਇਸ ਲਈ ਲੂਤ ਨੇ ਆਪਣੇ ਲਈ ਜਰਦਨ ਵਾਦੀ ਚੁਣ ਲਈ ਤੇ ਪੂਰਬ ਦੇ ਪਾਸੇ ਚੱਲ ਪਿਆ। ਇਸ ਤਰ੍ਹਾਂ ਉਹ ਦੋਵੇਂ ਵੱਖ ਹੋਏ। ਲੂਤ ਵਾਦੀ ਦੇ ਨਗਰਾਂ ਕੋਲ ਚਲਾ ਗਿਆ ਤੇ ਸਦੂਮ ਨਗਰ ਦੇ ਲਾਗੇ ਆਪਣੇ ਡੇਰੇ ਲਾ ਲਏ। ਪਰ ਅਬਰਾਮ ਕਨਾਨ ਦੇਸ਼ ਵਿੱਚ ਹੀ ਰਿਹਾ ਹੈ। ਸਦੂਮ ਨਗਰ ਦੇ ਲੋਕ ਪ੍ਰਭੂ ਦੇ ਸਾਹਮਣੇ ਵੱਡੇ ਦੁਸ਼ਟ ਤੇ ਪਾਪੀ ਸਨ। ਅਬਰਾਮ ਦਾ ਹਬਰੋਨ ਵੱਲ ਜਾਣਾ। ਪ੍ਰਭੂ ਨੇ ਇਬਰਾਹਿਮ ਨੂੰ ਕਿਹਾ, ਜਿੱਥੇ ਤੂੰ ਖੜਾ ਹੈ ਅੱਖਾਂ ਚੁੱਕ ਕੇ ਹਰ ਪਾਸੇ ਉੱਤਰ ਤੇ ਦੱਖਣ, ਪੂਰਬ ਤੇ ਪੱਛਮ ਵੱਲ ਝਾਤੀ ਮਾਰ। ਇਹ ਸਭ ਜੋ ਤੂੰ ਦੇਖ ਰਿਹਾ ਹੈ ਮੈਂ ਤੈਨੂੰ ਅਤੇ ਤੇਰੀ ਸੰਤਾਨ ਨੂੰ ਦੇਵਾਂਗਾ। ਮੈਂ ਤੇਰੇ ਵੰਸ਼ ਦੀ ਗਿਣਤੀ ਧਰਤੀ ਦੀ ਰੇਤ ਦੇ ਕਣਕਿਆਂ ਜਿੰਨੀ ਕਰਾਂਗਾ। ਬੇਸ਼ੱਕ ਰੇਤ ਦੇ ਕਣਕੇ ਗਿਣੇ ਜਾਣ, ਪਰ ਤੇਰੇ ਵੰਸ਼ ਦੀ ਗਿਣਤੀ ਨਹੀਂ ਕੀਤੀ ਜਾਵੇਗੀ। ਸੋ ਉੱਠ ਅਤੇ ਇਸ ਸਾਰੇ ਧਰਤੀ ਦੇ ਚਾਰੇ ਪਾਸਿਆਂ ਤੋਂ ਚੱਲ ਕੇ ਦੇਖ ਜੋ ਮੈਂ ਤੈਨੂੰ ਦੇਵਾਂਗਾ। ਇਸ ਲਈ ਅਬਰਾਮ ਨੇ ਆਪਣੇ ਡੇਰੇ ਪੁੱਟੇ ਤੇ ਹਬਰੋਨ ਦੇ ਲਾਗੇ ਮਮਰੇ ਦੇ ਪਵਿੱਤਰ ਰੁੱਖਾਂ ਕੋਲ ਜਾ ਲਾਏ। ਉੱਥੇ ਉਸਨੇ ਪ੍ਰਭੂ ਦੇ ਲਈ ਇੱਕ ਵੇਦੀ ਬਣਾਈ। ਆਮੀਨ। ਪ੍ਰਭੂ ਦੇ ਵਚਨ ਦੇ ਵਿੱਚ ਅਸੀਂ ਇਹ ਦੇਖਦੇ ਪਏ ਹਾਂ ਕਿ ਉਹ ਮਿਸਰ ਤੋਂ ਵਾਪਸ ਆ ਰਹੇ ਆ। ਮਿਸਰ ਦੇ ਰਾਜੇ ਨੇ ਉਹਨਾਂ ਨੂੰ ਉੱਥੋਂ ਕੱਢ ਦਿੱਤਾ ਔਰ ਜਿਸ ਲਈ ਮਿਸਰ ਦੇ ਰਾਜੇ ਨੇ ਉੱਥੋਂ ਕੱਢ ਦਿੱਤਾ, ਲੇਕਿਨ ਆਉਂਦਿਆਂ ਹੋਇਆਂ ਦੇ ਕੋਲ ਅਸੀਂ ਇੱਕ ਨਵੀਆਂ ਚੀਜ਼ਾਂ ਪੜ੍ਹਦੇ ਪਏ ਹਾਂ ਕਿ ਉਹ ਨਾ ਬਹੁਤ ਉੱਥੋਂ ਮਾਲ ਮੱਤਾ ਲੈ ਕੇ ਆਏ ਆ, ਬਹੁਤ ਸੋਨਾ ਚਾਂਦੀ ਲੈ ਕੇ ਆਏ ਆ, ਬਹੁਤ ਉਹ ਜਾਨਵਰ ਲੈ ਕੇ ਆਏ ਆ, ਊਂਠ ਲੈ ਕੇ ਆਏ ਆ ਔਰ ਉਹਨਾਂ ਚੀਜ਼ਾਂ ਨੂੰ ਲੈ ਕੇ ਆਏ ਆ ਜਿਹੜੀਆਂ ਸਾਰੀਆਂ ਮਿਸਰ ਦੇ ਰਾਜੇ ਨੇ ਦਿੱਤੀਆਂ। ਔਰ ਕਿਉਂਕਿ ਮਿਸਰ ਦਾ ਜਿਹੜਾ ਰਾਜਾ ਸੀ ਉਹਦੇ ਸਾਰੇ ਪਰਿਵਾਰ ਦੇ ਉੱਤੇ ਔਰ ਦੇਸ਼ ਦੇ ਉੱਤੇ ਵੀ ਬਿਮਾਰੀ ਪੈਣੀ ਸ਼ੁਰੂ ਹੋ ਗਈ ਸੀ। ਸੋ ਉਸਨੇ ਇਸ ਚੀਜ਼ ਤੋਂ ਡਰ ਕੇ ਕਿ ਜਿਸ ਵੇਲੇ ਉਹ ਜਿਹੜੇ ਉਹਦੀ ਇਲਾਜ ਜਿਹੜਾ ਕਰਦੇ ਪਏ ਸੀਗਾ, ਉਹਦਾ ਸਾਰਾ ਬਦਨ ਉਸਦਾ ਸੜਦਾ ਪਿਆ ਸੀ, ਉਸਨੂੰ ਪਾਣੀ ਦੇ ਵਿੱਚ ਪਾਉਂਦੇ ਸੀ, ਉੱਥੇ ਵੀ ਉਹਦਾ ਬਦਨ ਸੜਦਾ ਪਿਆ ਸੀ। ਔਰ ਜਿਸ ਵੇਲੇ ਉਹ ਉਸ ਬਿਮਾਰੀ ਦੇ ਕਾਰਨ ਕਰਾ ਰਿਹਾ ਸੀ ਤਾਂ ਉੱਥੇ ਉਸਨੂੰ ਪਤਾ ਲੱਗਾ ਕਿ ਸਾਡੇ ਦੇਵਤਿਆਂ ਦੇ ਵਿੱਚੋਂ ਕੋਈ ਦੇਵਤਾ ਨਹੀਂ, ਇਹ ਇੱਕ ਬਾਹਰੀ ਦੇਵਤਾ ਜੋ ਸਾਡੇ ਦੇਵਤਿਆਂ ਨਾਲੋਂ ਵੱਡਾ ਦੇਵਤਾ ਹੈ। ਸੋ ਉਸਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਥੋਂ ਚਲੇ ਜਾਓ। ਜਿਸ ਚੀਜ਼ ਨੂੰ ਵੀ ਇਹਨਾਂ ਨੇ ਛੋਇਆ ਉਹ ਇਹਨਾਂ ਨੂੰ ਦੇ ਦਿਓ। ਜਿੱਥੇ ਵੀ ਇਹ ਜੋ ਵੀ ਇਹਨਾਂ ਨੇ ਨੌਕਰ ਜੋ ਵੀ ਇਹਨਾਂ ਨੂੰ ਸਭ ਕੁਛ ਮੈਂ ਦਿੱਤਾ ਉਹ ਵੀ ਦੇ ਦਿਓ। ਜੋ ਸਰਾਈ ਨੇ ਚੀਜ਼ਾਂ ਛੂਈਆਂ ਉਹ ਉਸਨੂੰ ਦੇ ਦਿਓ। ਸੋ ਜਿੰਨਾ ਗਹਿਣਾ ਗੱਟਾ ਜੋ ਕੁਛ ਉਹਨੂੰ ਸੀ ਸਰਾਈ ਦੇ ਲਈ, ਜੋ ਉਸਨੇ ਨੌਕਰ ਨੌਕਰਾਣੀਆਂ ਸੇਵਾ ਦੇ ਲਈ ਰੱਖੀਆਂ ਸੀਗੀਆਂ, ਉਹ ਸਾਰੇ ਦੇ ਸਾਰੇ ਉੱਥੋਂ ਲੈ ਕੇ ਆਏ ਔਰ ਉਹ ਮਾਲ ਮੱਤਾ ਜਿੰਨਾ ਵੀ ਸੀ ਉਸਨੇ ਉਸਨੂੰ ਸਵੀਕਾਰ ਕੀਤਾ ਔਰ ਲੈ ਕੇ ਆਇਆ ਔਰ ਲੂਤ ਨੂੰ ਵੀ ਉਸ ਦੇ ਵਿੱਚੋਂ ਹਿੱਸਾ ਮਿਲਿਆ।
लेकिन एक मुसीबत आ गई कि हुण गाइयां दा भंडार आ, बकरियां दा भंडार आ, उन्हां दे कोल मੱਝਾਂ दा भंडार आ, पर जिस इलाके दे विच रह रहे आ इन्ना घाह उत्थे है नहीं। सो अब्राहम दे और लूत दे जिहड़े नौकर आपस दे विच झगड़दे पए आ, सो अब्राहम ने उसनूं किहा कि देख साडे दोहां दा इकट्ठे रहना मुश्किल, तू चुन, जे तू सज्जे जाएगा तो मैं खब्बे चल जाऊंगा, जे तू पूरब वाल जाएगा तो मैं पश्चिम वाल चल जाऊंगा। और इत्थे लूत नूं यह कहना चाहिए सी कि नहीं, तू बुजुर्ग, तू चुन, तू जिधर नूं जाना मंगदा तू पहला चला जा, मैं उसके उल्ट चला जा। लेकिन इत्थे असीं लूत दी ग्रीड देखते पे, लालच देखते पे। और क्योंकि जिहड़ियां मूवियां बनाईयां जांदियां बहुत सारे रिसोर्सिस दे विचों बनाईयां जांदियां, इहदे विच बहुत सारियां ऐसियां जो यहूदियां दे कोल जिहड़े पुराने ग्रंथ आ उन्हां नूं भी उन्हां दे विचों भी कुछ लिया जांदा कि की झगड़ा हो रिहा सी, किस तरह झगड़ा हो रिहा सी। और उसने जिद्दां ही लूत ने कहा, लूत ने जिहड़ी हरियाली वादी उसने सदोम ते गमोरा दा जिहड़ा इलाका सी वो हरिया भरिया सी, पानी दे नाल भरपूर सी और हरियाली सी, और उसने अपने लिए वो इलाका चुन लिया। और अब्राहम दे लिए हम जिहड़ा इलाका उहदे कोल आ वो बेसिकली ओही इलाका जिथे घाह दा, पानी दा, सारियां चीज़ां दा घट। लेकिन प्रभु ने आके देखो की कीता उसदे नाल। हुण लूत ने गया तां लालच दे नाल गया, लेकिन अगर जिसले असीं 11-12 आयत पढ़दे हां, इसलिए लूत ने अपने लिए जरदन दी वादी चुन लई अते पूरब दे पासे चल पिया। इस तरह वो दोवें वख होए। लूत वादी दे नगरां दे कोल चला गया अते सदूम नगर दे लागे अपने डेरे लाए, पर अब्राहम कनान देश दे विच ही रहा। सदूम दे नगर प्रभु दे सामने बड़े दुष्ट और पापी से। बाहरों सब कुछ ऐन हरिया भरिया दिसदा पिया, लेकिन अंदर फोड़े, अंदर कैंसर दे नाल फोड़े, दुष्ट लोग। सो उसने वो इलाका अपने लिए चुनिया। और फिर देखो कि प्रभु ने किस तरह उसके उत्ते रहम की। उसका दिल टुटा, उसका बेसिकली उसका भतीजा सी, उसका बाप मर गया सी। उस तो बाद सराई ने और अब्राहम ने उन्होंने अपने बेसिकली अपने खंभा दे थले लिया सी, उसनू पालिया सी। लेकिन उसने एक मिनटां दे विच वो चला गया। उसने ये भी नहीं कहा कि देखो जे असीं इकट्ठे रवांगे तो साडे च जोर लोग, क्यों ना असीं अपने कामियां नूं दूर दूर कर दिंदे। एक इलाके दे विच वो चराउण, एक इलाके दे विच ये चराउण, पर असीं परिवार जिहड़ा वो गब्बे इकट्ठा रहांगे। उसने कोई भी चीज नहीं मन्नी। उसनूं मौका मिल गया कि हुण इत्थों निकलण दा मौका, मैं अपना माल मत्ता लैके ते इत्थों निकल। पर प्रभु ने किन्नू उसनूं छड्डिया? प्रभु ने उसनूं नहीं छड्डिया। और जिसलिए असीं 14 तो लैके 18 तक देखते हैं, देखो किस तरह प्रभु की संभाल, उसकी आवाज उस वेले सानू सुनाई दिंदी है जिस वेले उसकी जरूरत होती है, जिसले जरूरत होती है। और अब्राहम नूं ठीक ठीक उस समय प्रभु की आवाज सुनाई दी जाजा तो उसकी जरूरत सी। और देखो प्रभु ने अब्राहम नूं कहा, तू खड़ा है अखां चुक के, तू खड़ा हो अखां चुक के हर पासे उत्तर दक्षिण पूर्व पश्चिम दे वल झाती मार। ये सब जो तू देख रहा है मैं तैनू ते तेरी संतान नूं दे। प्रभु दे वादे च कोई फर्क नहीं आया, कोई फर्क नहीं आया। तैनू ते तेरी संतान नूं देवांगा। मैं तेरे वंश की गिनती धरती दे रेत दे किणकियां जिन्नी करांगा। बेशक रेत ते किणके गिणे जाण, पर तेरे वंश की गिनती नहीं की जाएगी। सो उठ अते इस सारी धरती दे चारे पासियां चल के देख, मैं तैनू देवांगा। इसलिए अब्राहम ने अपने डेरे पुट्टे और हबरोन दे लागे ममरे दे पवित्र रुखां दे कोल जा लाए।
ਉੱਥੇ ਉਸਨੇ ਪ੍ਰਭੂ ਦੇ ਲਈ ਇੱਕ ਬੇਦੀ ਬਣਾਈ। ਸੋ ਉਪਾਸਨਾ, ਪ੍ਰਭੂ ਦੀ ਵਰਸ਼ਿਪ ਅਬਰਾਮ ਦਾ ਸਭ ਤੋਂ ਪਹਿਲਾ ਕੰਮ। ਜਿਸ ਵੇਲੇ ਉਹ ਵਾਪਸ ਆਇਆ ਤਾਂ ਉੱਥੇ ਵੀ ਅਸੀਂ ਇਹੋ ਹੀ ਪੜ੍ਹਦੇ ਪਏ ਹਾਂ ਕਿ ਉਸਨੇ ਪ੍ਰਭੂ ਦੇ ਲਈ ਬੇਦੀ ਬਣਾਈ ਔਰ ਪ੍ਰਭੂ ਦੀ ਉਪਾਸਨਾ ਕੀਤੀ। ਹੁਣ ਜਿਸ ਲਈ ਉਹ ਗਿਆ ਹੈ ਉੱਥੋਂ ਉੱਠ ਕੇ ਹੈਬਰੋਨ ਦਾ ਇਲਾਕਾ, ਜਿਹੜੇ ਯਹੂਦਾ ਦੇ ਕਬੀਲੇ ਨੂੰ ਮਿਲਿਆ ਸੀ, ਔਰ ਹੈਬਰੋਨ ਦੇ ਵਿੱਚ ਰਾਜਾ ਦਾਊਦ ਸਭ ਤੋਂ ਪਹਿਲਾਂ ਰਾਜਾ ਬਣਿਆ ਸੀ। ਉਸ ਇਲਾਕੇ ਦੇ ਵਿੱਚ ਉਹਦਾ ਰਾਜ ਸ਼ੁਰੂ ਹੋਇਆ ਸੀ। 7 ਸਾਲ ਉਸਨੇ ਇਕੱਲੇ ਹੈਬਰੋਨ ਦੇ ਇਲਾਕੇ ਦੇ ਉੱਤੇ ਰਾਜ ਕੀਤਾ, ਫਿਰ ਉਹ ਸਾਰੇ ਇਜ਼ਰਾਈਲ ਦਾ ਰਾਜਾ ਬਣਿਆ। ਔਰ ਅਸੀਂ ਦੇਖਦੇ ਹਾਂ ਕਿ ਪ੍ਰਭੂ ਉਸਨੂੰ ਹੈਬਰੋਨ ਦੇ ਇਲਾਕੇ ਦੇ ਵਿੱਚ ਲੈ ਗਿਆ ਔਰ ਉੱਥੇ ਪ੍ਰਭੂ ਨੇ ਉਸਨੂੰ ਬਰਕਤ ਦਿੱਤੀ। ਉਸਨੇ ਉੱਥੇ ਵੇਦੀ ਬਣਾਈ ਔਰ ਵੇਦੀ ਬਣਾ ਕੇ ਪ੍ਰਭੂ ਦੀ ਉਪਾਸਨਾ ਕੀਤੀ। ਸੋ ਆਓ ਆਪਾਂ 14ਵੇਂ ਚੈਪਟਰ ਦੇ ਵਿੱਚ ਜਾਂਦੇ ਹਾਂ ਔਰ ਅਸੀਂ ਇਸ ਦੀ ਇੱਕ ਆਇਤ ਤੋਂ ਲੈ ਕੇ 16 ਆਇਤ ਤੱਕ ਜਿਸ ਨੂੰ ਮੇਰੇ ਕੋਲ ਪੜ੍ਹਦੇ ਹਾਂ। ਪਹਿਲੀਆਂ 16 14ਵੇਂ ਅਬਰਾਮ ਲੂਤ ਨੂੰ ਛੁਡਾਉਂਦਾ ਹੈ। ਸਿਨਾਰ ਦਾ ਰਾਜਾ ਅਮਰਾਪਲ, ਅੱਲਾਸਾਰ ਦਾ ਰਾਜਾ ਅਰਯੋਕ, ਇਲਾਮ ਦਾ ਰਾਜਾ ਕਦਾਰ ਲਾਇਓਮਰ, ਗੋਇਮ ਦਾ ਰਾਜਾ ਤਿਦਾਲ, ਇਹਨਾਂ ਚਾਰਾਂ ਨੇ ਮਿਲ ਕੇ ਸਦੂਮ ਦੇ ਰਾਜਾ ਬਰਾ, ਅਮਰੂਆ ਦੇ ਰਾਜਾ ਬਿਰਸਾ, ਅਦਮਾ ਦੇ ਰਾਜਾ ਸਿਨਾਬ, ਸੋਬੋਇਮ ਦੇ ਰਾਜਾ ਬੇਬਰ ਅਤੇ ਬਲਾ ਸਵਾਰ ਦੇ ਰਾਜਾ ਦੇ ਵਿਰੁੱਧ ਯੁੱਧ ਕਰਨ ਦੇ ਲਈ ਨਿਕਲੇ। ਇਹ ਸਭ ਸਦੀਮ ਦੇ ਵਾਦੀ, ਜੋ ਖਾਰੇ ਸਾਗਰ ਦਾ ਇਲਾਕਾ ਹੈ, ਵਿੱਚ ਇਕੱਠੇ ਹੋਏ। ਇਹ ਸਭ 12 ਸਾਲ ਤੱਕ ਕਦਾਰ ਲਾਇਓਮਰ ਰਾਜਾ ਦੇ ਹੇਠ ਰਹੇ, ਪਰ 13ਵੇਂ ਸਾਲ ਉਹਨਾਂ ਨੇ ਵਿਦਰੋਹ ਕੀਤਾ। ਫਿਰ 14ਵੇਂ ਸਾਲ ਕਦਾਰਲਾ ਉਮਰ ਅਤੇ ਉਸਦੇ ਸਾਥੀ ਰਾਜਾ ਚੜ੍ਹ ਆਏ ਅਤੇ ਉਹਨਾਂ ਰਫਾਈ ਲੋਕਾਂ ਨੂੰ ਅਸਤਰੋਥ ਕਰਮੀਏਮ ਦੀ ਥਾਂ ਤੇ, ਜ਼ੂਜ਼ੀ ਲੋਕਾਂ ਨੂੰ ਹਾਮ ਦੀ ਥਾਂ ਤੇ, ਏਮੀ ਲੋਕਾਂ ਨੂੰ ਸਵੇ ਕਿਰਿਆਤਮ ਦੀ ਥਾਂ ਤੇ, ਹੋਰੀ ਲੋਕਾਂ ਨੂੰ ਸਈਰ ਪਹਾੜ ਤੇ ਹਾਰ ਦਿੱਤੀ। ਉਹਨਾਂ ਨੇ ਇਹਨਾਂ ਦਾ ਏਲ ਪਰਾਨ ਦੀ ਥਾਂ ਤੱਕ, ਜੋ ਉਜਾੜ ਦੇ ਲਾਗੇ ਹੈ, ਪਿੱਛਾ ਕੀਤਾ। ਉਹ ਫਿਰ ਏਨ ਮਿਸਪਾਟ ਕਾਦੇਸ ਦੇ ਇਲਾਕੇ ਵੱਲ ਆਏ ਅਤੇ ਅਮਾਲੇਕੀ ਤੇ ਅਮੋਰੀ ਲੋਕਾਂ ਨੂੰ, ਜੋ ਹਸੀਸੋਨ ਤਮਰ ਇਲਾਕੇ ਵਿੱਚ ਰਹਿੰਦੇ ਸਨ, ਹਾਰ ਦਿੱਤੀ। ਇਸ ਦੇ ਪਿੱਛੋਂ ਸਦੂਮ ਦੇ, ਅਮੂਰਾ ਦੇ, ਅਦਮਾ ਦੇ, ਸੋਬੋਇਮ ਦੇ ਅਤੇ ਬਲਾ ਦੇ ਰਾਜਿਆਂ ਨੇ ਮਿਲ ਕੇ ਇਹਨਾਂ ਰਾਜਿਆਂ ਦੇ ਵਿਰੁੱਧ ਯੁੱਧ ਛੇੜਿਆ। ਕਦਾਰ ਲਾਇਓਮਰ ਇਲਾਮ ਦੇ ਰਾਜਾ, ਤਿਦਾਰ ਗੋਇਮ ਦੇ ਰਾਜਾ, ਅਮਰਾਫਲ ਸਿਨਾਰ ਦੇ ਰਾਜਾ ਅਤੇ ਅਰਯੋਕ ਅੱਲਾਸਾਰ ਦੇ ਰਾਜਾ। ਸੋ ਇਸ ਯੁੱਧ ਵਿੱਚ ਚਾਰੇ ਰਾਜੇ 5 ਦੇ ਵਿਰੁੱਧ ਸਨ। ਸਦੀਮ ਦੀ ਵਾਦੀ ਵਿੱਚ ਚਿੱਕੜ ਨਾਲ ਭਰੇ ਹੋਏ ਬਹੁਤ ਸਾਰੇ ਟੋਏ ਸਨ। ਇਸ ਲਈ ਜਦੋਂ ਸਦੂਮ ਅਤੇ ਅਮੂਰਾ ਦੇ ਰਾਜੇ ਨੱਠੇ ਤਾਂ ਉਹ ਉਹਨਾਂ ਵਿੱਚ ਡਿੱਗ ਪਏ, ਪਰ ਬਾਕੀ ਦੇ ਤਿੰਨੋਂ ਪਹਾੜਾਂ ਵੱਲ ਨੱਠ ਗਏ। ਤਦ ਚਾਰਾਂ ਰਾਜਿਆਂ ਨੇ ਸਦੂਮ ਅਤੇ ਅਮੂਰਾ ਦੀ ਹਰ ਚੀਜ਼ ਲੁੱਟ ਲਈ ਅਤੇ ਉੱਥੋਂ ਚਲੇ ਗਏ। ਉਹ ਅਬਰਾਮ ਦੇ ਭਤੀਜੇ ਲੂਤ ਅਤੇ ਉਸਦੇ ਮਾਲ ਡੰਗਰ ਨੂੰ ਵੀ ਆਪਣੇ ਨਾਲ ਲੈ ਗਏ। ਲੂਤ ਉਸ ਸਮੇਂ ਸਦੂਮ ਵਿੱਚ ਰਹਿੰਦਾ ਸੀ, ਪਰ ਇੱਕ ਆਦਮੀ ਨੇ, ਜੋ ਬਚ ਗਿਆ ਸੀ, ਆ ਕੇ ਅਬਰਾਮ ਬਾਨੀ ਨੂੰ ਆ ਕੇ ਇਸ ਸਭ ਦੀ ਖਬਰ ਦਿੱਤੀ। ਅਬਰਾਮ ਉਸ ਵੇਲੇ ਬਲੂਤ ਦੇ ਪਵਿੱਤਰ ਰੁੱਖਾਂ ਕੋਲ ਰਹਿੰਦਾ ਸੀ, ਜੋ ਮਮਰੇ ਅਮੋਰੀ ਦੇ ਸਨ। ਮਮਰੇ ਅਤੇ ਉਸਦੇ ਭਰਾ ਸ਼ਕੋਲ ਅਤੇ ਅਨੇਰ ਦੀ ਅਬਰਾਮ ਨਾਲ ਸੁਲ੍ਹਾ। ਇਸ ਲਈ ਜਦੋਂ ਅਬਰਾਮ ਨੂੰ ਪਤਾ ਲੱਗਾ ਕਿ ਉਸਦਾ ਭਤੀਜਾ ਬੰਦੀ ਬਣਾਇਆ ਗਿਆ ਹੈ, ਤਾਂ ਉਸਨੇ ਆਪਣੇ ਦਲ ਦੇ ਸਭ ਲੜਾਕਿਆਂ ਨੂੰ, ਜਿਨ੍ਹਾਂ ਦੀ ਗਿਣਤੀ 318 ਸੀ, ਇਕੱਠਿਆਂ ਕੀਤਾ ਅਤੇ ਦਾਨ ਦੇ ਇਲਾਕੇ ਤੱਕ ਆਪਣੇ ਭਤੀਜੇ ਅਤੇ ਚਾਰਾਂ ਰਾਜਿਆਂ ਦਾ ਪਿੱਛਾ ਕੀਤਾ। ਉੱਥੇ ਅਬਰਾਮ ਨੇ ਆਪਣੇ ਆਦਮੀਆਂ ਨੂੰ ਛੋਟੇ ਛੋਟੇ ਦਲਾਂ ਵਿੱਚ ਵੰਡ ਦਿੱਤਾ ਅਤੇ ਰਾਤ ਦੇ ਵੇਲੇ ਆਪਣੇ ਵੈਰੀਆਂ ਤੇ ਹੱਲਾ ਬੋਲਿਆ। ਅਬਰਾਮ ਨੇ ਉਹਨਾਂ ਨੂੰ ਹਾਰ ਦੇ ਕੇ ਹਬਾ, ਜੋ ਦਮਿਸ਼ਕ ਦੇ ਉੱਤਰ ਵਿੱਚ ਹੈ, ਤੱਕ ਉਹਨਾਂ ਦਾ ਪਿੱਛਾ ਕੀਤਾ। ਉਸਨੇ ਉਹਨਾਂ ਚਾਰਾਂ ਰਾਜਿਆਂ ਦਾ ਸਾਰਾ ਲੁੱਟ ਦਾ ਮਾਲ ਖੋਹ ਲਿਆ। ਉਹ ਆਪਣੇ ਭਤੀਜੇ ਲੂਤ ਅਤੇ ਉਸਦੇ ਘਰ ਦੇ ਲੋਕਾਂ ਨੂੰ ਵੀ ਵਾਪਸ ਆਪਣੇ ਨਾਲ ਲੈ ਆਇਆ। ਇਸ ਲਈ ਅਸੀਂ ਪ੍ਰਭੂ ਦੇ ਇਸ ਵਚਨ ਦੇ ਵਿੱਚ ਜਾਣਦੇ ਹਾਂ ਤੇ ਉਸਨੂੰ ਜੋ ਉਸਨੇ ਚੁਣਿਆ ਸੀ, ਅਸੀਂ ਉਸਦਾ ਦੇਖ ਸਕਦੇ ਹਾਂ ਕਿ ਉਹ ਜਿਹੜਾ ਚੁਣਾਵ ਸੀ ਚੰਗਾ ਨਹੀਂ ਸੀ। ਕਿਉਂਕਿ ਇੱਕ ਤਾਂ ਪਿਛਲੇ 14 ਸਾਲ ਤੋਂ ਉੱਥੇ ਸਿਵਲ ਵਾਰ ਚੱਲੀ ਹੋਈ ਸੀ। ਜਿਹੜੇ ਉੱਥੇ ਦੇ ਅਬਾਊਟ ਜਿਹੜੇ 9 ਰਾਜੇ ਸੀਗੇ, ਉਹ ਆਪਸ ਦੇ ਵਿੱਚ 5 ਇੱਕ ਪਾਸੇ ਤੇ 3-4 ਇੱਕ ਪਾਸੇ ਉਹ ਲੜਦੇ ਸੀ। ਸੋ ਇਹ ਪਿਛਲੇ 14 ਸਾਲ ਦਾ ਵਿਦਰੋਹ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਚੱਲਦਾ ਪਿਆ ਸੀ। ਜਿਹੜੇ ਇੱਧਰਲੇ 5 ਰਾਜੇ ਸੀ, ਇਹਨਾਂ ਦਾ ਜ਼ੋਰ ਪੈ ਚੁੱਕਾ ਸੀ ਪਹਿਲਾਂ, ਪਰ ਉਹ 13 ਸਾਲ ਤੱਕ ਰਿਹਾ। 14ਵੇਂ ਸਾਲ ਉਹਨਾਂ ਨੇ ਵਿਦਰੋਹ ਕਰ ਦਿੱਤਾ। ਸੋ ਇੱਥੇ ਅਸੀਂ ਜਿਹੜੇ
ਥੋੜੀ ਜੀ ਹਿਸਟਰੀ ਉਹਨਾਂ ਲੋਕਾਂ ਦੀ ਦੇਖਦੇ ਪਏ ਆ ਜਿਹੜੇ ਕਿ ਸਿਨਾਰ ਦੇ ਇਲਾਕੇ ਦੇ ਵਿੱਚ ਔਰ ਇਹਨਾਂ ਇਲਾਕਿਆਂ ਦੇ ਵਿੱਚ ਇਹ ਹਾਮ ਦਾ ਸਾਰਾ ਖਾਨਦਾਨ ਜਿਹੜਾ ਕਿ ਨੋਹਾ ਦਾ ਪੁੱਤਰ ਸੀਗਾ। ਔਰ ਕਨਾਨ ਜਿੱਥੇ ਇਹ ਰਹਿ ਰਿਹਾ, ਇਹ ਕਨਾਨ ਦਾ ਉਹੀ ਇਲਾਕਾ ਉਹਦੇ ਨਾਂ ਤੇ ਵਸਿਆ ਆ ਜਿਹਨੂੰ ਨੋਹਾ ਨੇ ਸਰਾਪ ਦਿੱਤਾ ਸੀ, ਨੂਹ ਨੇ ਉਸਨੂੰ ਸਰਾਪ ਦਿੱਤਾ ਸੀ। ਔਰ ਇਹ ਜਿਹੜੇ ਬਾਕੀ ਹਾਮ ਦੇ ਕਬੀਲੇ ਜਿਹੜੇ ਸਿਨਾਰ ਦੇ ਇਲਾਕੇ, ਜਿਹੜਾ ਅਸੀਂ ਨਿਮਰੋਦ ਨੂੰ ਪੜ੍ਹਿਆ ਸੀ, ਨਿਮਰੋਦ ਦੇ ਅੰਡਰ ਇਹ ਸਾਰੇ ਦੇ ਸਾਰੇ ਸਿਨਾਰ ਦੇ ਇਲਾਕੇ ਦੇ ਵਿੱਚ ਇਹ ਰਹਿੰਦੇ ਸੀ। ਸੋ ਉਹ ਨਿਮਰੋਦ ਦੇ ਲੋਕਾਂ ਦਾ ਅਸੀਂ ਦੇਖਦੇ ਪਏ ਹਾਂ ਕਿ ਉਹਨਾਂ ਨੇ ਹੁਣ ਹੱਲਾ ਬੋਲਿਆ ਆ, ਔਰ ਹੱਲਾ ਬੋਲ ਕੇ ਉਹਨਾਂ ਨੇ ਜਿਹੜੇ ਇਹ ਸੋਡਮ ਤੇ ਗਮੋਰਾ ਦੇ ਜਿਹੜੇ ਰਾਜੇ ਸੀਗੇ ਉਹਨਾਂ ਨੂੰ ਹਰਾ ਦਿੱਤਾ, ਕੁਛ ਮਾਰੇ ਗਏ ਤੇ ਕੁਛ ਜਿਹੜੇ ਸੀਗੇ ਉਹਨਾਂ ਨੇ ਬੰਦੀ ਪਾ ਲਏ। ਲੇਕਿਨ ਉਹ ਸਾਰੇ ਦੇ ਵਿੱਚ ਜਿਹੜਾ ਇੱਕ ਬੰਦੀ ਹੋਰ ਬਣ ਗਿਆ ਉਹ ਸੀ ਲੂਤ ਜੋ ਉਸਦਾ ਭਤੀਜਾ ਸੀ, ਔਰ ਉਸਨੂੰ ਵੀ ਉਸਦੇ ਸਾਰੀਆਂ ਚੀਜ਼ਾਂ ਨੂੰ ਵੀ ਉਹ ਲੈ ਗਏ। ਔਰ ਅਸੀਂ ਦੇਖਦੇ ਪਏ ਕਿ ਕਿਸ ਤਰ੍ਹਾਂ ਅਬਰਾਮ ਨੇ ਫਿਰ ਵੀ ਆਪਣੇ ਭਤੀਜੇ ਦੇ ਉੱਤੇ ਉਸਨੂੰ ਜਾਣ ਨਹੀਂ ਦਿੱਤਾ, ਉਸਦੇ ਪਰਿਵਾਰ ਨੂੰ ਜਾਣ ਨਹੀਂ ਦਿੱਤਾ। ਉਸਨੇ ਫਿਰ ਵੀ ਉਹਨੂੰ ਬਚਾਉਣ ਦੇ ਲਈ ਉਹ ਨਿਕਲਿਆ। ਬਜ਼ੁਰਗ ਸੀਗਾ। ਅਸੀਂ ਹੁਣ ਇਸ ਵੇਲੇ ਇਹ 1884 ਦੇ ਲਾਗੇ ਛਾਗੇ ਅਸੀਂ ਪਹੁੰਚ ਚੁੱਕੇ ਹਾਂ, ਔਰ 1884 ਦੇ ਵਿੱਚ ਅਸੀਂ ਜਿੱਥੇ ਪਹੁੰਚ ਚੁੱਕੇ ਹਾਂ, ਔਰ ਅਸੀਂ ਜਿਸ ਲਈ 1892 ਦੇ ਵਿੱਚ ਹੀ ਉਹਦੀ ਉਮਰ 75 ਸਾਲ ਦੀ ਸੀ। ਔਰ ਇਸ ਦੇ ਵਿੱਚ ਅਗਰ ਅਸੀਂ ਅਗਰ ਦੇਖੀਏ ਤੇ 8 ਸਾਲ ਹੋਰ ਆ, ਤੇ ਹੁਣ ਇਸ ਵੇਲੇ ਉਸਦੀ ਉਮਰ 83 ਸਾਲ। ਲੇਕਿਨ ਫਿਰ ਵੀ ਉਸਨੇ ਹਾਰ ਨਹੀਂ ਮੰਨੀ। ਉਹ ਗਿਆ, ਉਸਨੇ ਜਾ ਕੇ ਉਹਨਾਂ ਨੂੰ ਦੜਾਇਆ, ਲੇਕਿਨ ਉਹ ਸਾਰੇ ਪ੍ਰਭੂ ਉਸਦੇ ਨਾਲ ਸੀਗਾ। ਔਰ ਪ੍ਰਭੂ ਦਾ ਉਹੀ ਵਾਅਦਾ ਅਸੀਂ ਦੇਖਦੇ ਪਏ ਹਾਂ ਜੋ ਉਸਦੇ ਲਈ ਬਾਰ-ਬਾਰ ਪੂਰਾ ਹੁੰਦਾ। ਮੈਂ ਤੇਰੇ ਨਾਮ ਨੂੰ ਉੱਚਾ ਕਰੂੰਗਾ, ਮੈਂ ਤੈਨੂੰ ਸੰਤਾਨ ਦਊਂਗਾ। ਉਹ ਵਾਅਦਾ ਹਾਲੇ ਪੂਰਾ ਨਹੀਂ ਹੋਇਆ, ਮੈਂ ਤੈਨੂੰ ਸੰਤਾਨ ਦਊਂਗਾ। ਲੇਕਿਨ ਬਾਕੀ ਦੇ ਪ੍ਰਭੂ ਦੇ ਕੀਤੇ ਹੋਏ ਵਾਅਦੇ ਇੱਕ ਵਾਅਦਾ ਪੂਰਾ ਹੋ ਰਿਹਾ। ਪ੍ਰਭੂ ਉਸਦੇ ਨਾਲ ਰਾਜਿਆਂ ਦੀਆਂ ਫੌਜਾਂ ਦੇ ਨਾਲ ਉਸਨੇ ਮੱਥਾ ਲਾਇਆ ਹੈ। ਇਹ ਕੋਈ ਨਿੱਕੀ ਮੋਟੀ ਚੀਜ਼ ਨਹੀਂ। ਰਾਜਿਆਂ ਦੀ ਫੌਜ ਦੇ ਨਾਲ ਉਸਨੇ ਮੱਥਾ ਲਾਇਆ ਔਰ ਪ੍ਰਭੂ ਨੇ ਉਸਨੂੰ ਜਿੱਤ ਦਿੱਤੀ। ਔਰ ਸਾਰਾ ਮਾਲ ਮੱਤਾ ਜੋ ਵੀ ਸੀਗਾ ਉਹ ਲੈ ਕੇ ਹੁਣ ਵਾਪਸ ਆ ਰਿਹਾ। ਔਰ ਪ੍ਰਭੂ ਨੇ ਹੁਣ ਉਸਦੇ ਉੱਤੇ ਕਿਰਪਾ ਕਰਨੀ ਹੈ। ਸੋ ਆਓ ਅਸੀਂ 17 ਆਇਤ ਤੋਂ ਲੈ ਕੇ ਇਸ ਨੂੰ ਚੈਪਟਰ ਦੇ ਅਖੀਰ ਤੱਕ ਦੇਖਦੇ ਹਾਂ। Let's do that. ਮਲਕ ਸਦਕ ਦਾ ਅਬਰਾਮ ਨੂੰ ਅਸੀਸ ਦੇਣਾ। ਜਦੋਂ ਅਬਰਾਮ ਕਦਾਰ ਲਾਓਮਰ ਅਤੇ ਉਸਦੇ ਸਾਥੀ ਰਾਜਿਆਂ ਨੂੰ ਹਾਰ ਦੇ ਕੇ ਮੁੜ ਰਿਹਾ ਸੀ ਤਾਂ ਸਦੂਮ ਦਾ ਰਾਜਾ ਸਾਵੇ ਦੀ ਵਾਦੀ ਅਰਥਾਤ ਰਾਜਾ ਦੀ ਵਾਦੀ ਵਿੱਚ ਮਿਲਣ ਲਈ ਅਬਰਾਮ ਦੇ ਅੱਗੇ ਆਇਆ। ਸ਼ਾਲੇਮ ਦਾ ਰਾਜਾ ਮਲਕ ਸਦਕ ਵੀ ਰੋਟੀ ਅਤੇ ਦਾਖਸਰ ਲੈ ਕੇ ਅਬਰਾਮ ਕੋਲ ਆਇਆ। ਉਹ ਪਰਮ ਪ੍ਰਧਾਨ ਪਰਮੇਸ਼ਵਰ ਦਾ ਮਹਾਪੁਰੋਹਿਤ ਸੀ। ਉਸਨੇ ਇਹ ਕਹਿ ਕੇ ਅਬਰਾਮ ਨੂੰ ਅਸੀਸ ਦਿੱਤੀ, ਪਰਮ ਪ੍ਰਧਾਨ ਪਰਮੇਸ਼ਵਰ ਜੋ ਸਵਰਗ ਤੇ ਧਰਤੀ ਦਾ ਰਚਨਹਾਰ ਹੈ, ਅਬਰਾਮ ਨੂੰ ਅਸੀਸ ਦੇਵੇ। ਉਸੇ ਪਰਮੇਸ਼ਵਰ ਦੀ ਮਹਿਮਾ ਹੋਵੇ ਜਿਸ ਨੇ ਤੈਨੂੰ ਤੇਰੇ ਵੈਰੀਆਂ ਤੇ ਜਿੱਤ ਦਿੱਤੀ ਹੈ। ਅਬਰਾਮ ਨੇ ਮਲਕ ਸਦਕ ਨੂੰ ਆਪਣੀ ਲੁੱਟ ਦਾ 10ਵਾਂ ਹਿੱਸਾ ਦਾਨ ਦੇ ਤੌਰ ਤੇ ਦਿੱਤਾ। ਸਦੂਮ ਦੇ ਰਾਜਾ ਨੇ ਅਬਰਾਮ ਨੂੰ ਕਿਹਾ, ਤੂੰ ਲੁੱਟ ਦਾ ਮਾਲ ਆਪਣੇ ਕੋਲ ਰੱਖ ਲੈ, ਪਰ ਮੇਰੇ ਲੋਕ ਮੈਨੂੰ ਵਾਪਸ ਕਰ ਦੇ। ਪਰ ਅਬਰਾਮ ਨੇ ਉੱਤਰ ਦਿੱਤਾ, ਮੈਂ ਪਰਮ ਪ੍ਰਧਾਨ ਪਰਮੇਸ਼ਵਰ ਸਵਰਗ ਤੇ ਧਰਤੀ ਦੇ ਰਚਨਹਾਰੇ ਦੀ ਸਹੁੰ ਚੁੱਕ ਕੇ ਕਹਿੰਦਾ ਹਾਂ ਕਿ ਮੈਂ ਕੋਈ ਚੀਜ਼ ਵੀ ਨਹੀਂ ਰੱਖਾਂਗਾ, ਇੱਥੋਂ ਤੱਕ ਕਿ ਸੂਈ ਜਾਂ ਟੁੱਟੀ ਜੁੱਤੀ ਦੇ ਛਿੱਤਰ ਤੱਕ ਵੀ ਨਹੀਂ। ਤਾਂ ਹੋ ਸਕਦਾ ਹੈ ਕਿ ਤੂੰ ਕਹੇ, ਮੈਂ ਅਬਰਾਮ ਨੂੰ ਧਨੀ ਬਣਾ ਦਿੱਤਾ, ਇਸ ਲਈ ਮੈਂ ਆਪਣੇ ਲਈ ਕੁਝ ਨਹੀਂ ਰੱਖਾਂਗਾ ਸਿਵਾਏ ਉਸਦੇ ਜੋ ਮੇਰੇ ਆਦਮੀਆਂ ਨੇ ਵਰਤ ਲਿਆ ਹੈ, ਪਰ ਮੇਰੇ ਸਾਥੀ ਅਨੇਰ, ਅਸ਼ਕੋਲ ਅਤੇ ਮਮਰੇ ਆਪਣਾ ਹਿੱਸਾ ਰੱਖਣਗੇ। ਸੋ ਅਸੀਂ ਇੱਥੇ ਦੇਖਦੇ ਪਏ ਕਿ ਹਰ ਇੱਕ ਚੀਜ਼ ਤੋਂ ਬਾਅਦ ਪ੍ਰਭੂ ਦੀ ਹਜ਼ੂਰੀ ਉਸਦੇ ਨਾਲ ਹੁੰਦੀ। ਹਰ ਇੱਕ ਕੰਮ ਜਿਸ ਲਈ ਵੀ ਉਹ ਕਰਦਾ ਤਾਂ ਪ੍ਰਭੂ ਦੀ ਆਵਾਜ਼ ਉਸਨੂੰ ਜ਼ਰੂਰ ਸੁਣਾਈ ਦਿੰਦੀ। ਉਹ ਜੰਗ ਜਿੱਤ ਕੇ ਆ ਰਿਹਾ, ਇੰਨਾ ਮਾਲ ਮੱਤਾ ਲੈ ਕੇ ਆ ਰਿਹਾ,
ਤਾਂ ਪ੍ਰਭੂ ਨੇ ਉਸਨੂੰ ਹੁਣ ਇੱਕ ਖਾਸ ਚੀਜ਼ ਦਿੱਤੀ ਹੈ। ਜਿਸ ਲਈ ਉਹ ਵਾਪਸ ਆ ਰਿਹਾ ਤੇ ਗਿਰਗਸੀਆਂ ਦੇ ਜਿਹੜਾ ਕਬੀਲਾ ਸੀਗਾ ਉਹ ਬਸਿਆ ਸੀਗਾ ਜਰੂਸਲਮ, ਜਿਸ ਨੂੰ ਅਸੀਂ ਕਹਿੰਦੇ ਹਾਂ, ਉਸ ਇਲਾਕੇ ਦੇ ਵਿੱਚ। ਔਰ ਜਰੂਸਲਮ ਦਾ ਜਿਹੜਾ ਰਾਜਾ ਆ ਉਹ ਆਇਆ, ਔਰ ਉਹ ਪ੍ਰਭੂ ਨੂੰ ਮੰਨਣ ਵਾਲੇ ਲੋਕ, ਉਸਨੂੰ ਪ੍ਰਭੂ ਨੇ ਘੱਲਿਆ ਕਿ ਜਾ ਕੇ ਦੇਖੋ ਤੇ ਕੀ ਹੋ ਰਿਹਾ। ਅਸੀਂ ਪ੍ਰਭੂ ਨੇ ਜਿਸਲੇ ਸਾਨੂੰ ਸਾਡੇ ਤੇ ਰਹਿਮ ਕੀਤੀ ਸੀ, ਸਾਨੂੰ ਉਸਨੇ ਦੋਤਾ ਸੀ, ਨਵਾਂ ਬਣਾਇਆ ਸੀ ਔਰ ਨਵੀਂ ਤਾਕਤ ਦਿੱਤੀ ਸੀ, ਤਾਂ ਉਸਨੇ ਸਾਨੂੰ ਕਿਹਾ ਸੀ ਇਹ ਮੇਰਾ ਲਹੂ। ਤਾਂ ਉਹਨਾਂ ਨੇ ਦਾਖਸਾਰ ਲਈ ਇਹ ਮੇਰਾ ਸਰੀਰ, ਤੇ ਉਹਨਾਂ ਨੇ ਰੋਟੀ ਲਈ। ਇੱਕ ਰਾਜਾ ਮਿਲਣ ਆ ਰਿਹਾ, ਮਲਕ ਹੁੰਦਾ ਰਾਜਾ, ਸਿਦਕ ਦਾ ਮਤਲਬ ਰਾਸਤਬਾਜ਼ੀ ਦਾ ਰਾਜਾ। ਮਲਕ ਸਿਦਕ ਦਾ ਮਤਲਬ ਹੈ ਰਾਸਤਬਾਜ਼ੀ ਦਾ ਰਾਜਾ। ਮਿਲਣ ਆ ਰਿਹਾ ਤੇ ਚੀਜ਼ਾਂ ਦੇਖੋ ਕਿਹੜੀਆਂ ਲੈ ਕੇ ਆ ਰਿਹਾ, ਕਿਉਂਕਿ ਜਿਸ ਵੇਲੇ ਅਬਰਾਹਮ ਨੇ ਆਪਣੇ ਭਤੀਜੇ ਨੂੰ ਬਚਾਇਆ ਤਾਂ ਉਸਨੇ ਪ੍ਰਭੂ ਨੂੰ ਇਹ ਕਰਕੇ ਖੁਸ਼ ਕੀਤਾ। ਔਰ ਹੁਣ ਜਿਹੜਾ ਪ੍ਰਭੂ ਨੇ ਸਭ ਤੋਂ ਪਹਿਲਾ ਵਾਅਦਾ ਉਸਦੇ ਨਾਲ ਕੀਤਾ ਹੈ ਕਿ ਮੈਂ ਤੈਨੂੰ ਸੰਤਾਨ ਦਊਂਗਾ, ਤੇ ਉਹ ਲਹੂ ਦੀ ਲਾਈਨ ਜਿਹੜੀ ਅਸੀਂ ਦੇਖਦੇ ਪਏ ਹਾਂ, ਜਿਹੜੀ ਜਿਸ ਲਈ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਜਾਂਦੇ ਹਾਂ, ਤੇ ਅਸੀਂ ਸਾਰਿਆਂ ਨੂੰ ਦਿਖਾਈ ਦਿੰਦਾ ਪਿਆ? ਹਾਂਜੀ ਪਾਸਟਰ ਜੀ, ਦਿਖਾਈ ਦਿੰਦਾ ਪਿਆ। ਸੋ ਅਸੀਂ ਇਹ ਦੇਖਦੇ ਪਏ ਕਿ ਉਹ ਜਿਹੜੀ ਲਹੂ ਦੀ ਲਾਈਨ ਜਿਹੜੀ ਪਿੱਛੋਂ ਆ ਰਹੀ ਹੈ, ਔਰ ਉਹ ਅਸੀਂ ਦੇਖਦੇ ਪਏ ਕਿ ਉਸਨੂੰ ਪ੍ਰਭੂ ਨੇ ਉਸਨੂੰ ਔਰ ਤੋਂ ਲੈ ਕੇ ਆਇਆ, ਤੇ ਅਬਰਾਮ ਨੂੰ ਇੱਥੇ ਆ ਕੇ ਉਹ ਜਿਹੜਾ ਜੋ ਪ੍ਰਭੂ ਨੇ ਉਸਨੂੰ ਦੇਣੀ ਸੀ ਬਲੈਸਿੰਗ, ਇੱਥੇ ਆ ਕੇ ਦਿੱਤੀ ਆ। ਲੇਕਿਨ ਇਸ ਤੋਂ ਬਾਅਦ ਇਸ਼ਮਾਇਲ ਪੈਦਾ ਹੋਇਆ, ਲੇਕਿਨ ਇਸ਼ਮਾਇਲ ਉਹ ਬਲੈਸਿੰਗ ਨਹੀਂ ਸੀਗਾ। ਲੇਕਿਨ ਇੱਥੇ ਪ੍ਰਭੂ ਨੇ ਜੋ ਮਲਕ ਸਿਦਕ ਨੂੰ ਕੱਲਿਆ, ਰਾਸਤਬਾਜ਼ੀ ਦੇ ਰਾਜੇ ਨੂੰ ਉਸਨੇ ਕੱਲਿਆ, ਉਸਦੇ ਰਾਹੀਂ ਉਸਨੇ ਜਿਹੜੀਆਂ ਦੋ ਚੀਜ਼ਾਂ ਕੱਲੀਆਂ, ਉਹ ਦੋ ਚੀਜ਼ਾਂ ਸੀ ਰੋਟੀ ਤੇ ਦਾਖਸ। ਅਬਰਾਹਮ ਦੇ ਸਰੀਰ ਦੇ ਵਿੱਚ ਪਹਿਲੀ ਵਾਰੀ ਪ੍ਰਭੂ ਯਿਸੂ ਉਸਦੀ ਜਿਹੜੀ ਲਿਨੀਏਜ ਆ, ਉਹ ਐਕਚੁਅਲੀ ਜਿਹੜਾ ਅਦਨ ਦੇ ਬਾਗ ਦੇ ਵਿੱਚ ਵਾਅਦਾ ਕੀਤਾ ਗਿਆ ਸੀ, ਉਹ ਇੱਥੇ ਪੂਰਾ ਹੋ ਗਿਆ। ਇਸਹਾਕ ਹਾਲੇ ਪੈਦਾ ਨਹੀਂ ਹੋਇਆ, ਲੇਕਿਨ ਪ੍ਰਭੂ ਨੇ ਅਬਰਾਹਮ ਨੂੰ ਉਸ ਰੋਟੀ ਔਰ ਦਾਖਸਾਰ ਦੇ ਰਾਹੀਂ ਉਸਦੇ ਸਰੀਰ ਦੇ ਵਿੱਚ ਜੋ ਯਸੂ ਦਾ ਅੰਸ਼ ਸੀ ਉਹ ਆ ਗਿਆ, ਜਿਸ ਤੋਂ ਮੈਰੀ ਪੈਦਾ ਹੋਈ, ਮਰੀਮ ਪੈਦਾ ਹੋਈ, ਨਾ ਜਾ ਉਹ ਆ ਗਿਆ। ਉਹ ਲਹੂ ਦੀ ਲਾਈਨ ਉਸਦੀ ਜ਼ਿੰਦਗੀ ਦੇ ਵਿੱਚ ਆ ਗਈ, ਔਰ ਉਸਦੇ ਨਾਲ ਹੀ ਤੁਸੀਂ ਇੱਕ ਅਬਰਾਹਮ ਦੇ ਵਿੱਚ ਇੱਕ ਫਰਕ ਦੇਖਦੇ ਹੋ। ਇਜਿਪਟ ਦੇ ਰਾਜੇ ਨੇ ਉਸਨੂੰ ਇੰਨਾ ਮਾਲ ਮੱਤਾ ਦਿੱਤਾ, ਅਬਰਾਹਮ ਨੇ ਕਿਹਾ ਚੁੱਪ ਕਰਕੇ ਸਾਰੀਆਂ ਚੀਜ਼ਾਂ ਲੈ ਲਈ। ਉਸ ਵੇਲੇ ਵੀ ਤਾਂ ਇਸੇ ਪ੍ਰਭੂ ਨੂੰ ਜਾਣਦਾ ਸੀ, ਲੇਕਿਨ ਇੱਥੇ ਤੁਸੀਂ ਇੱਕ ਫਰਕ ਦੇਖੋ। ਇੱਥੇ ਫਰਕ ਇਹ ਆ ਕਿ ਸਦੂਮ ਦੇ ਰਾਜੇ ਨੇ ਜਿਸ ਵੇਲੇ ਉਸਨੂੰ ਆ ਕੇ ਅਸੀਸ ਦਿੱਤੀ ਕਿ ਪਰਮ ਪ੍ਰਧਾਨ ਪਰਮੇਸ਼ਵਰ ਜੋ ਸਵਰਗ ਧਰਤੀ ਦਾ ਰਚਨਹਾਰ ਹੈ, ਅਬਰਾਮ ਨੂੰ ਅਸੀਸ ਦੇ, ਉਸੇ ਪਰਮੇਸ਼ਵਰ ਦੀ ਮਹਿਮਾ ਹੋਵੇ ਜਿਸ ਨੇ ਤੈਨੂੰ ਤੇਰੇ ਵੈਰੀਆਂ ਤੇ ਜਿੱਤ ਦਿੱਤੀ ਹੈ।
ਅਬਰਾਮ ਨੇ ਮਲਕੀਸੈਦਕ ਨੂੰ ਆਪਣੀ ਲੁੱਟ ਦਾ 10ਵਾਂ ਹਿੱਸਾ ਦਾਨ ਦੇ ਤੌਰ ਤੇ ਦਿੱਤਾ। ਇੱਕ ਰਾਜੇ ਨੂੰ ਦਾਨ ਦੇ ਰਿਹਾ। ਬਹੁਤ ਅਜੀਬ ਚੀਜ਼ ਹੈ ਜਿਹੜੀ ਅਸੀਂ ਦੇਖਦੇ ਉਹ ਤਾਂ ਰਾਜਾ ਆਇਆ, ਲੇਕਿਨ ਪ੍ਰਭੂ ਉਸ ਨੂੰ ਕਹਿ ਰਿਹਾ ਕਿ ਇਸ ਨੂੰ ਦਾਨ ਦੇ। ਉਸਨੇ ਦਸਵੰਧ ਜਿਹੜਾ ਸ਼ਬਦ ਸਾਰੇ ਵਚਨ ਦੇ ਵਿੱਚ ਆਇਆ ਉਹ ਪਹਿਲੀ ਵਾਰੀ ਇੱਥੇ ਆਇਆ, ਪਰ ਮਲਕੀਸੈਦਕ ਨੂੰ ਉਹ ਦਸਵੰਧ ਮਿਲਿਆ। ਔਰ ਜਿਸ ਲਈ ਅਸੀਂ ਅੱਗੇ ਦੇਖਦੇ ਹਾਂ ਤਾਂ ਸਦੂਮ ਦਾ ਰਾਜਾ ਹੁਣ ਉਸਦੇ ਕੋਲ ਆਇਆ। ਸਦੂਮ ਦੇ ਰਾਜਾ ਨੇ ਅਬਰਾਮ ਨੂੰ ਕਿਹਾ, ਤੂੰ ਲੁੱਟ ਦਾ ਮਾਲ ਆਪਣੇ ਕੋਲ ਰੱਖ ਲੈ, ਪਰ ਮੇਰੇ ਲੋਕ ਮੈਨੂੰ ਵਾਪਸ ਕਰ ਦੇ। ਪਰ ਅਬਰਾਮ ਨੂੰ ਉੱਤਰ ਦਿੱਤਾ, ਮੈਂ ਪਰਮ ਪ੍ਰਧਾਨ ਪਰਮੇਸ਼ਵਰ ਸਵਰਗ ਅਤੇ ਧਰਤੀ ਦੇ ਰਚਨਹਾਰੇ ਦੀ ਸਹੁੰ ਚੁੱਕ ਕੇ ਕਹਿੰਦਾ ਹਾਂ ਕਿ ਮੈਂ ਕੋਈ ਵੀ ਚੀਜ਼ ਨਹੀਂ ਰੱਖਾਂਗਾ, ਇੱਥੇ ਤੱਕ ਕਿ ਸੂਈ ਜਾਂ ਟੁੱਟੀ ਜੁੱਤੀ ਛੱਤਰ ਵੀ। ਨਹੀਂ ਤਾਂ ਇਹ ਹੋ ਸਕਦਾ ਹੈ ਕਿ ਤੂੰ ਕਹੇ ਮੈਂ ਅਬਰਾਮ ਨੂੰ ਧਨੀ ਬਣਾ ਦਿੱਤਾ। What a change! What a change! ਕਿੰਨਾ ਵੱਡਾ ਬਦਲਾਓ ਅਸੀਂ ਉਸ ਦੇ ਵਿੱਚ ਹੁਣ ਦੇਖਦੇ ਪਏ ਕਿ ਜਿਸ ਲਈ ਪ੍ਰਭੂ ਦੀ ਹਜ਼ੂਰੀ ਦੇ ਨਾਲ ਉਸਦੀ ਜ਼ਿੰਦਗੀ ਭਰ ਗਈ ਹੈ, ਉਸਨੂੰ ਪ੍ਰਭੂ ਤੋਂ ਇਲਾਵਾ ਹੋਰ ਕੁਝ ਚੀਜ਼ ਦਿਖਾਈ ਨਹੀਂ ਦੇ ਰਹੀ। ਇੱਥੇ ਸਭ ਤੋਂ ਵੱਡੀ ਜਿਹੜੀ ਚੀਜ਼ ਜਿਹੜੀ ਦੇਖਣ ਵਾਲੀ ਆ ਉਹ ਇਹ ਹੈ ਕਿ ਪ੍ਰਭੂ ਆਪਣਿਆਂ ਦੇ ਨਾਲ ਕਿੱਦਾਂ ਬਣਿਆ ਹੈ। ਸਾਨੂੰ ਘਬਰਾਉਣ ਦੀ ਲੋੜ ਨਹੀਂ, ਪ੍ਰਭੂ ਆਪਣਿਆਂ ਨੂੰ ਕਦੀ ਨਹੀਂ ਛੱਡਦਾ, ਆਪਣਿਆਂ ਦੇ ਨਾਲ ਉਹ ਹਮੇਸ਼ਾ ਬਣਿਆ ਰਹਿੰਦਾ। ਔਰ ਇੱਥੇ ਇੱਕ ਲੈਸਨ ਇਹ ਵੀ ਹੈ ਅਬਰਾਮ ਦਾ, ਜੋ ਅਬਰਾਮ ਨੇ ਇਹ ਕਿਉਂ ਕੀਤਾ, ਕਿਉਂਕਿ ਉਸਨੂੰ ਪਤਾ ਸੀ ਕਿ ਇਜਿਪਟ ਤੋਂ ਅਸੀਂ ਇੰਨਾ ਧਨ ਮਾਲ ਲੈ ਕੇ ਨਿਕਲੇ ਸੀ, ਲੇਕਿਨ ਉਸਨੇ ਸਾਡੇ ਪਰਿਵਾਰ ਨੂੰ ਤੋੜਤਾ ਸੀ, ਤੇ ਇਹ ਧਨ ਮਾਲ ਕੀ ਕਰੇਗਾ, ਉਸਨੂੰ ਇਹ ਵੀ ਪਤਾ ਸੀ। ਔਰ ਇਸ ਕਰਕੇ ਵੀ ਉਸਨੇ ਕਿਸੇ ਚੀਜ਼ ਨੂੰ ਛੋਇਆ ਨਹੀਂ। ਪਰ ਉਸਨੇ ਕਿਹਾ, ਕਿਉਂਕਿ ਜਿਹੜੇ ਉੱਥੇ ਕਨਾਨ ਦੇ ਜਿਹੜੇ ਲੋਕ ਸੀਗੇ, ਜਿਹੜੇ ਮਮਰੇ ਦੇ ਲੋਕ ਸੀਗੇ, ਜਿਹੜੇ ਉੱਥੇ ਦੇ ਜਿਨ੍ਹਾਂ ਦੇ ਨਾਲ ਅਬਰਾਮ ਦੀ ਸੰਧੀ ਸੀ ਕਿ ਤੇਰੇ ਦੁਸ਼ਮਣ ਮੇਰੇ ਦੁਸ਼ਮਣ ਤੇ ਤੇਰੇ ਮਿੱਤਰ ਮੇਰੇ ਮਿੱਤਰ, ਸੇਮ ਕਾਈਂਡ ਦੀਆਂ ਸੰਧੀਆਂ ਇਹਨਾਂ ਦਿਨਾਂ ਦੇ ਵਿੱਚ ਵੀ ਹੁੰਦੀਆਂ, ਅੱਜ ਵੀ ਮੁਲਕਾਂ ਦੇ ਵਿੱਚ ਹੁੰਦੀਆਂ, ਰਾਜਿਆਂ ਦੇ ਵਿੱਚ ਹੁੰਦੀਆਂ। ਸੋ ਇਹ ਸੰਧੀ ਜਿਹੜੀ ਸੀ, ਇਹਦੇ ਕਰਕੇ ਉਹਨਾਂ ਨੂੰ ਵੀ ਜੰਗ ਤੇ ਜਾਣਾ ਪਿਆ। ਪਰ ਉਸਨੇ ਕਿਹਾ ਕਿ ਜੋ ਹਿੱਸਾ ਉਹਨਾਂ ਦਾ ਬਣਦਾ ਉਹ ਆਪਣੀ ਲੁੱਟ ਦਾ ਹਿੱਸਾ ਲੈਣ ਦੇ, ਪਰ ਮੈਂ ਤੇ ਮੇਰੇ ਸਾਥੀ ਜੋ ਕੁਛ ਅਸੀਂ ਖਾ ਪੀ ਲਿਆ, ਜੋ ਕੁਛ ਅਸੀਂ ਵਰਤ ਲਿਆ, ਉਹ ਠੀਕ ਆ, ਲੇਕਿਨ ਅਸੀਂ ਲੁੱਟ ਦਾ ਮਾਲ ਨਹੀਂ ਲਵਾਂਗੇ, ਲੁੱਟ ਦਾ ਮਾਲ ਨਹੀਂ ਲਵਾਂਗੇ। ਇੱਥੇ ਦੋ ਚੀਜ਼ਾਂ ਹੁੰਦੀਆਂ ਕਿ ਜੋ ਜਿਹੜਾ ਲੂਤ ਉਹ ਵਾਪਸ ਨਹੀਂ ਆਇਆ, ਉਸਨੂੰ ਅਬਰਾਮ ਨੇ ਕਿਹਾ ਕਿ ਤੂੰ ਵਾਪਸ ਮੇਰੇ ਨਾਲ ਚੱਲ, ਪਰ ਉਹ ਨਹੀਂ ਆਇਆ, ਉੱਥੇ ਰਹਿ ਗਿਆ। ਲੇਕਿਨ ਇੱਕ ਸਮਾਂ ਸੀ ਉਹ ਕੰਧਾਂ ਤੋਂ ਬਾਹਰ ਸੀ, ਉਹ ਸੇਫ ਸੀ। ਲੇਕਿਨ ਕਿਉਂਕਿ ਹੁਣ ਰਾਜਿਆਂ ਦੀ ਜ਼ਿੰਦਗੀ ਬਚੀ ਆ, ਜਿਸ ਦੇ ਨਾਲ ਲੂਤ ਦਾ ਵੀ ਮਾਣ ਵਧਿਆ ਕਿ ਲੂਤ ਦੇ ਤਾਏ ਨੇ ਇਹ ਸਾਰਾ ਕੰਮ ਕੀਤਾ, ਉਸਨੇ ਬਚਾਇਆ, ਸਾਨੂੰ ਬਚਾਇਆ, ਸਾਨੂੰ ਜਾਨ ਦਿੱਤੀ, ਸਾਡੀ ਜਾਨ ਬਚਾਈ, ਸਾਡਾ ਦੇਸ਼ ਬਚਾਇਆ। ਹੁਣ ਲੂਤ ਸਾਦਮ ਔਰ ਗਮੋਰਾ ਦੀਆਂ ਕੰਧਾਂ ਦੇ ਅੰਦਰ ਜਾ ਬੈਠਾ, ਔਰ ਹੁਣ ਉਸੇ ਪਾਪ ਦੇ ਖੋਬੇ ਦੇ ਵਿੱਚ ਉਸਨੇ ਆਪਣੇ ਆਪ ਨੂੰ ਫਸਾ ਲਿਆ, ਜਿੱਥੇ ਪ੍ਰਭੂ ਨੇ ਜਿਨ੍ਹਾਂ ਚੀਜ਼ਾਂ ਤੋਂ ਪ੍ਰਭੂ ਮਨਾ ਕਰਦਾ ਪਿਆ ਸੀ, ਉਹ ਕੰਧਾਂ ਦੇ ਅੰਦਰ ਚਲਾ ਗਿਆ। ਔਰ ਇਸ ਦੇ ਨਾਲ
ਇਸ ਦੇ ਨਾਲ ਅਸੀਂ ਇਹ ਦੇਖਦੇ ਪਏ ਹਾਂ ਕਿ ਉਸ ਨੂੰ ਹਾਲੇ ਤੱਕ ਉਹੀ ਚੀਜ਼ਾਂ ਦਿਖਾਈ ਦੇ ਰਹੀਆਂ, ਧਨ ਮਾਲ, ਇਸ ਤੋਂ ਇਲਾਵਾ ਉਸ ਨੂੰ ਕੁਝ ਨਹੀਂ ਦਿਖਾਈ ਦੇ ਰਿਹਾ। ਪ੍ਰਭੂ ਨੇ ਉਸ ਨੂੰ ਬੁਲਾਇਆ ਨਹੀਂ ਸੀ, ਉਹ ਨਾਲ ਆ ਗਿਆ ਸੀ। ਇਹ 'ਚ ਫਰਕ ਆ, ਉਹ ਨਾਲ ਆ ਗਿਆ ਸੀ। ਅਸੀਂ ਮੂਵੀ ਦਾ ਇੱਕ ਛੋਟਾ ਜਿਹਾ ਹਿੱਸਾ ਹੋਰ ਦੇਖਾਂਗੇ, ਮਲਕੀਸੇਦਕ ਦਾ ਹਿੱਸਾ ਦੇਖਾਂਗੇ, ਔਰ ਫਿਰ ਉਸ ਤੋਂ ਬਾਅਦ ਅਸੀਂ ਦੁਆ ਕਰਾਂਗੇ। ਆਓ ਇੱਕ ਛੋਟਾ ਜਿਹਾ ਹਿੱਸਾ ਮੂਵੀ ਦਾ ਦੇਖੀਏ, ਫਿਰ ਉਸ ਤੋਂ ਬਾਅਦ ਅਸੀਂ ਦੁਆ ਕਰਾਂਗੇ।